कबीर सतगुर सूर में बाह्या बाण जो एक, लागत ही पोए गिर परया परा करे जे शेख। सतगुरु ਉਹ ਸੂਰਮਾ ਹੈ ਜੋ ਆਪਣੇ ਸ਼ਬਦ ਦੇ ਨਾਲ, ਆਪਣੇ ਦਿੱਤੇ ਅਗੰਮੀ ਗਿਆਨ ਦੇ ਨਾਲ ਸਾਡੀ ਮਤ ਨੂੰ, ਸਾਡੀ ਬੁੱਧ ਨੂੰ, ਸਾਡੀ ਸੁਰਤ ਨੂੰ ਕੱਢਦਾ ਹੈ। ਔਰ ਜਦੋਂ ਗੁਰੂ ਦੇ ਦਿੱਤੇ ਗਿਆਨ ਦੇ ਨਾਲ ਅਸੀਂ ਆਪਣੀ ਮਤ, ਬੁੱਧ ਤੇ ਸੁਰਤ ਨੂੰ ਕੱਢਦੇ ਹਾਂ ਤੇ ਸਾਡੇ ਅੰਦਰੋਂ ਹੀ ਉਹ ਪ੍ਰਮਾਤਮਾ ਅਕਾਲ ਪੁਰਖ ਮਾਲਕ ਜਿਹੜਾ ਸਾਨੂੰ ਨਜ਼ਰ ਵਿੱਚ ਆ ਜਾਂਦਾ ਹੈ, ਪ੍ਰਤੀਤ ਵਿੱਚ ਆ ਜਾਂਦਾ ਹੈ। ਅਸਲ ਵਿੱਚ ਮਨੁੱਖ ਦਾ ਦੁਖਾਂਤ ਹੈ। ਮਨੁੱਖ ਜਿਤਨਾ ਸੰਸਾਰ ਨੂੰ ਬਾਹਰਮੁਖੀ ਹੋ ਕੇ ਖੋਜਦਾ ਹੈ, ਜਿਤਨਾ ਪ੍ਰਮਾਤਮਾ ਨੂੰ ਬਾਹਰਮੁਖੀ ਹੋ ਕੇ ਖੋਜਦਾ ਹੈ, ਉਹਨੇ ਕਦੀ ਅੰਤਰਮੁਖੀ ਹੋ ਕੇ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਖੋਜਣ ਦਾ ਯਤਨ ਨਹੀਂ ਕਰਦਾ। ਬਾਹਰਮੁਖੀ ਖੋਜਣ ਵਾਲਾ ਮਨੁੱਖ ਅਕਸਰ ਸੰਸਾਰ ਵਿੱਚ ਕਰਮਕਾਂਡੀ ਬਣ ਜਾਂਦਾ ਹੈ। ਉਹ ਚੀਜ਼ਾਂ ਨਾਲ, ਵਸਤੂਆਂ ਨਾਲ, ਅਸਥਾਨਾਂ ਦੇ ਨਾਲ ਤੇ ਜੁੜ ਜਾਂਦਾ ਹੈ, ਪਰ ਉਹ ਪਰਮਾਤਮਾ ਰੱਬ ਜੀ ਨਾਲ ਨਹੀਂ ਜੁੜਦਾ। ਉਹਦਾ ਕਾਰਨ ਸਾਧ ਸੰਗਤ ਜੀ ਹੈ ਵੀ ਉਹ ਮਨੁੱਖ ਪਰਮਾਤਮਾ ਨੂੰ ਕਿਸੇ ਵਸਤੂ, ਕਿਸੇ ਅਸਥਾਨ, ਕਿਸੇ ਚੀਜ਼ ਦੇ ਅੰਦਰ ਵਸਦਾ ਹੋਇਆ ਸਮਝਣ ਲੱਗ ਪੈਂਦਾ ਹੈ। ਉਹਦੀ ਨਿਗਾਹ ਵਿੱਚ ਕੋਈ ਅਸਥਾਨ ਹੀ ਅਸਲ ਵਿੱਚ ਇਹ ਥਾਂ ਹੀ ਪਰਮਾਤਮਾ ਦਾ ਘਰ ਹੈ, ਪਰਮਾਤਮਾ ਹੋਰ ਕਿਸੇ ਥਾਂ ਤੇ ਨਹੀਂ ਹੈ। ਇਹੀ ਕਾਰਨ ਹੈ ਵੀ ਜਦੋਂ ਅਸੀਂ ਗੁਰੂ ਘਰ ਵਿੱਚ, ਗੁਰਦੁਆਰੇ ਵਿੱਚ, ਕਿਸੇ ਮੰਦਿਰ ਵਿੱਚ, ਕਿਸੇ ਮਸਜਿਦ ਵਿੱਚ ਜਾਣ ਵਾਲਾ ਮਨੁੱਖ ਜਦੋਂ ਉਸ ਥਾਂ ਦੇ ਅੰਦਰ ਐਂਟਰੀ ਕਰਦਾ ਹੈ, ਉਹਦੇ ਅੰਦਰ ਦੀ ਭਾਵਨਾ, ਉਹਦੇ ਅੰਦਰ ਦੇ ਖਿਆਲ ਕੁਝ ਹੋਰ ਹੁੰਦੇ ਨੇ, ਤੇ ਜਦੋਂ ਉੱਥੋਂ ਬਾਹਰ ਨਿਕਲਦਾ ਫਿਰ ਉਹਦੇ ਅੰਦਰ ਦੀ ਬਿਰਤੀ, ਉਹਦੇ ਅੰਦਰ ਦਾ ਸੁਭਾਅ ਚੇਂਜ ਹੋ ਜਾਂਦਾ, ਬਦਲ ਜਾਂਦਾ ਹੈ। ਉਹਦਾ ਕਾਰਨ ਇਹ ਹੈ ਵੀ ਮਨੁੱਖ ਅਸਲ ਵਿੱਚ ਧਰਮ ਨਾਲ ਨਹੀਂ ਜੁੜਿਆ, ਕਰਮ ਨਾਲ ਜੁੜਿਆ, ਕਰਮ ਕਾਂਡ ਨਾਲ ਜੁੜਿਆ, ਦਿਖਾਵੇ ਨਾਲ ਜੁੜਿਆ। ਔਰ ਮੇਰੇ ਸਤਿਗੁਰ ਕੀ ਬਾਣੀ ਕਹਿੰਦੀ, ਨਹੀਂ ਜੇ ਸੱਚੇ ਸਤਿਗੁਰ ਦੇ ਚਰਨਾਂ ਨਾਲ ਜੁੜਨਾ ਹੈ ਤੇ ਫਿਰ ਤੈਨੂੰ ਬਾਹਰਮੁਖੀ ਇਹਨਾਂ ਦਿਖਾਵਿਆਂ ਤੋਂ ਉੱਪਰ ਉੱਠ ਕੇ ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਪਏਗਾ। ਫਿਰ ਤੈਨੂੰ ਜਾਣਨਾ ਪਏਗਾ ਵੀ ਉਹ ਮਾਲਕ, ਉਹ ਪਰਮਾਤਮਾ ਕਿਸੇ ਇੱਕ ਥਾਂ ਤੇ ਨਹੀਂ ਹੈ। ਭਗਤ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਬਾਣੀ ਦੇ ਅੰਦਰ। ਭਗਤ ਜੀ ਕਹਿੰਦੇ ਨੇ, ਲੋਕ ਕਿਸੇ ਧਾਰਮਿਕ ਅਸਥਾਨ ਤੇ ਜਾਂਦੇ ਨੇ, ਉਸ ਧਾਰਮਿਕ ਅਸਥਾਨ ਤੇ ਪਹੁੰਚ ਕੇ ਕਿਸੇ ਆਪਣੇ ਇਸ਼ਟ ਦੀ ਪੂਜਾ ਕਰਦੇ ਨੇ। ਉਹਨਾਂ ਦੇ ਲਈ ਇਹ ਚੀਜ਼ਾਂ ਬੜੀਆਂ ਸੁਖਾਲੀਆਂ ਨੇ। ਉਹ ਕਹਿੰਦੇ ਨੇ ਉਹਨਾਂ ਦੇ ਲਈ ਧਾਰਮਿਕ ਅਸਥਾਨ ਜਿਹੜਾ ਹੈ ਉਹ ਧਰਮ ਕਮਾਉਣ ਦੀ, ਧਰਮ ਨੂੰ ਸਮਝਣ ਜਾਂ ਧਰਮ ਦੇ ਨਾਲ ਜੁੜਨ ਦਾ ਇੱਕ ਤਰੀਕਾ ਹੈ, ਤੇ ਉਸ ਥਾਂ ਤੇ ਜਿਸ ਇਸ਼ਟ ਦੀ ਪੂਜਾ ਕਰਦੇ ਨੇ ਉਹਨਾਂ ਦਾ ਸਭ ਕੁਝ ਹੈ। ਪਰ ਇਸ ਤੋਂ ਅੱਗੇ ਉਹ ਮਨੁੱਖ ਆਪਣੇ ਜੀਵਨ ਵਿੱਚ ਆਪਣੇ ਇਸ਼ਟ ਦੇ ਦਿੱਤੇ ਹੋਏ ਗਿਆਨ ਨੂੰ, ਗੁਣਾਂ ਨੂੰ ਆਪਣੇ ਜੀਵਨ ਵਿੱਚ ਕਦੇ ਸਮਝਣਾ ਨਹੀਂ ਚਾਹੁੰਦਾ। ਐਗਜ਼ਾਮਪਲ ਦੇ ਤੌਰ ਤੇ ਮੈਂ ਆਪ ਜੀ ਦੇ ਸਾਹਮਣੇ ਗੱਲ ਰੱਖ ਦਿਆਂ ਤਾਂ ਕਿ ਗੱਲ ਪਕੜ ਵਿੱਚ ਆਏ। ਮੰਨ ਲਓ ਕੋਈ ਮਨੁੱਖ ਕਿਸੇ ਮੰਦਿਰ ਵਿੱਚ ਜਾਂਦਾ ਹੈ ਤੇ ਉੱਥੇ ਸਥਾਪਿਤ ਮੂਰਤੀ ਦੀ ਉਹ ਪੂਜਾ ਕਰਦਾ ਹੈ, ਉਹਦੇ ਤੇ ਦੁੱਧ ਵੀ ਚੜਾਉਂਦਾ ਹੈ, ਉਹਦੇ ਤੇ ਪੱਤੇ ਆਦਿਕ ਵੀ ਚੜਾਉਂਦਾ ਹੈ, ਉਹਦੇ ਤੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਪਦਾਰਥ ਮਾਇਆ ਚੜਾ ਕੇ ਘਰ ਪਰਤਦਾ ਹੈ। ਤੇ ਇਹਦੇ ਮਨ ਅੰਦਰ ਇੱਕ ਬੜੀ ਹੋਰ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਵੀ ਮੈਂ ਪਰਮਾਤਮਾ ਦੀ, ਆਪਣੇ ਇਸ਼ਟ ਦੀ ਪੂਜਾ ਕਰਕੇ ਆਇਆ। ਪਰ ਜੇ ਉਸ ਬੰਦੇ ਨੂੰ ਇੱਕ ਸਵਾਲ ਕੀਤਾ ਜਾਏ ਵੀ ਭਲਿਆ ਤੂੰ ਇਹ ਦੱਸ ਵੀ ਤੂੰ ਕਰਕੇ ਪੂਜਾ ਜ਼ਰੂਰ ਆਇਆ, ਤੂੰ ਧਾਰਮਿਕ ਸਥਾਨ ਤੇ ਵੀ ਗਿਆ, ਪਰ ਤੂੰ ਪੂਜਾ ਕਰਕੇ ਆਇਆ, ਤੈਨੂੰ ਉਸ ਅਸਥਾਨ ਦੇ ਉੱਤੋਂ ਪੂਜਾ ਕਰਕੇ ਤੈਨੂੰ ਆਪਣੇ ਅੰਦਰੋਂ ਜਾਣਨ ਵਾਲੀ ਕਿਹੜੀ ਚੀਜ਼ ਮਿਲੀ ਹੈ, ਤੈਨੂੰ ਪ੍ਰਾਪਤ ਕੀ ਹੋਇਆ, ਤੈਨੂੰ ਗਿਆਨ ਕੀ ਹਾਸਲ ਹੋਇਆ? ਤੂੰ ਬਾਹਰੀ ਪਦਾਰਥ ਤੇ ਮੰਗ ਕੇ ਆਇਆ ਹੋਏਗਾ ਵੀ ਮੇਰੇ ਮਾਲਕ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਆ ਮਿਲ ਜਾਏ, ਮੇਰਾ ਬੱਚਾ ਪੇਪਰਾਂ ਵਿੱਚ ਪਾਸ ਹੋ ਜਾਏ, ਮੇਰੇ ਬੱਚੇ ਨੂੰ ਚੰਗੀ ਨੌਕਰੀ ਮਿਲ ਜਾਏ। ਤੂੰ ਇਹ ਚੀਜ਼ਾਂ ਤੇ ਜ਼ਰੂਰ ਮੰਗੀਆਂ ਹੋਣਗੀਆਂ, ਪਰ ਸੱਚ ਦੱਸੀ ਵੀ ਤੈਨੂੰ ਅੰਦਰ ਆਤਮਿਕ ਹਿਰਦੇ ਦਾ ਕੋਈ ਗਿਆਨ ਪ੍ਰਾਪਤ ਹੋਇਆ ਹੈ ਜਿਸ ਨਾਲ ਤੈਨੂੰ ਆਪਣੇ ਅੰਦਰੋਂ ਕੁਝ ਅਨੁਭਵ ਹੋਇਆ ਹੋਵੇ। ਉਹ ਬੰਦਾ ਕਹਿੰਦਾ ਨਹੀਂ, ਮੈਂ ਇਹ ਕੁਝ ਤੇ ਕਰਨ ਗਿਆ ਹੀ ਨਹੀਂ, ਅਸਲ ਵਿੱਚ ਮੈਂ ਜੋ ਕੁਝ ਕਰਨ ਗਿਆ ਸਾਂ ਕੁਝ ਮੈਂ ਕਰਕੇ ਆ ਗਿਆ। ਭਗਤ ਜੀ ਦਾ ਬੜਾ ਪਿਆਰਾ ਬਚਨ ਹੈ। ਭਗਤ ਜੀ ਕਹਿੰਦੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਆ ਧੂਪ ਦੀਪ ਨੇ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁਖਣ ਖੋਜਤੇ
ਨਵਨਿਧ ਪਾਈ ਜੋ ਬ੍ਰਹਮੰਡੇ, ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਬੰਦਾ ਬ੍ਰਹਿਮੰਡ ਵਿੱਚੋਂ ਕੁਝ ਖੋਜਦਾ ਹੈ ਤੇ ਫਿਰ ਉਹ ਬੜੀ ਤਨਦੇਹੀ ਨਾਲ, ਬੜੀ ਸੁਰਤ ਦੇ ਟਿਕਾ ਨਾਲ ਉਹਨੂੰ ਖੋਜਣ ਦਾ ਯਤਨ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਗੱਲ ਹੋਰ ਸਮਝ ਵਿੱਚ ਆਏ ਮੈਂ ਬੇਨਤੀ ਕਰਦੇ ਹਾਂ। ਭਗਤ ਨਾਮ ਭਗਤ ਜੀ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਨੂੰ ਕਹਿਣ ਲੱਗੇ, ਸਤਿਗੁਰੂ ਕੋਈ ਲਿਖਾਰੀ ਹੱਥ ਵਿੱਚ ਕਲਮ ਤੇ ਦਵਾਤ ਤੇ ਕਿਤਾਬ ਫੜ ਕੇ ਲਿਖਦਾ ਹੋਵੇ ਨਾ, ਤੇ ਉਹ ਕਹਿੰਦਾ ਮੈਨੂੰ ਬੜੀ ਇਕਾਗਰਤਾ ਚਾਹੀਦੀ ਹੈ। ਉਹ ਕਿਸੇ ਵੱਖਰੇ ਕਮਰੇ ਵਿੱਚ ਜਾ ਕੇ ਬੈਠੇਗਾ, ਉਹਨੂੰ ਪੁੱਛਿਆ ਜਾਏ ਭਾਈ ਤੂੰ ਆਪਣੇ ਪਰਿਵਾਰ ਵਿੱਚ ਬਹਿ ਕੇ ਕਿਉਂ ਨਹੀਂ ਲਿਖ ਸਕਦਾ, ਤੂੰ ਸੰਸਾਰ ਵਿੱਚ ਵਿਚਰਦਿਆਂ ਚਾਰ ਲੋਕਾਂ ਵਿੱਚ ਬਹਿ ਕੇ ਕਿਉਂ ਨਹੀਂ ਲਿਖ ਸਕਦਾ, ਤੇ ਉਹ ਕਹਿੰਦਾ ਮੈਨੂੰ ਇਕਾਗਰਤਾ ਚਾਹੀਦੀ ਹੈ। ਜਿੱਥੇ ਚਾਰ ਬੰਦੇ ਗੱਲਾਂ ਕਰਦੇ ਹੁਣ ਮੈਂ ਨਹੀਂ ਲਿਖ ਸਕਦਾ ਆਪਣੀ ਕਲਮ ਦੇ ਨਾਲ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਬਖਸ਼ਿਸ਼ ਕਰਦੇ ਨੇ, ਜਿਹੜੇ ਮੇਰੇ ਸਤਿਗੁਰ ਨੇ ਅੱਜ ਸਾਨੂੰ ਸਮਝਣ ਲਈ ਦਿੱਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮਨ ਲਾਗਤ ਹੈ ਲੇਖਨ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੇ। ਉਸੇ ਬੰਦੇ ਨੂੰ ਆਖਿਆ ਜਾਏ ਬਈ ਭਾਈ ਇਕਾਂਤ ਵਿੱਚ ਬਹਿ ਕੇ ਰੱਬ ਨੂੰ ਪੂਜ ਲੈ, ਕਹਿੰਦਾ ਇਕਾਂਤ ਵਿੱਚ ਬਹਿ ਕੇ ਨਹੀਂ ਪੂਜ ਸਕਦਾ ਪਰਮਾਤਮਾ ਨੂੰ। ਪਰਮਾਤਮਾ ਨੂੰ ਪੂਜਣ ਦੇ ਲਈ ਮੈਨੂੰ ਇਕਾਂਤ ਨਹੀਂ, ਮੈਨੂੰ ਚਾਰ ਲੋਕ ਚਾਹੀਦੇ ਨੇ। ਧਿਆਨ ਦੇਣਾ ਇਸ ਗੱਲ ਨੂੰ ਸਾਨੂੰ ਆਪਣੇ ਜੀਵਨ ਵਿੱਚ ਸਮਝਣਾ ਪਏਗਾ। ਮੇਰੇ ਸਤਿਗੁਰ ਜਿਹੜੀ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ, ਧਰਮ ਕਿਤੇ ਬਾਹਰ ਮੁਖੀ ਕਰਮ ਬਣ ਕੇ ਨਾ ਰਹਿ ਜਾਏ। ਧਰਮ ਨੂੰ ਅਸੀਂ ਆਪਣੇ ਜੀਵਨ ਵਿੱਚ ਸਮਝਣਾ ਹੈ ਤਾਂ ਕਿ ਧਰਮ ਸਾਨੂੰ ਇੱਕ ਮੁਕਾਮ ਤੱਕ ਲੈ ਕੇ ਜਾਏ। ਤਾਂ ਹੀ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਮੇਰੇ ਸੱਚੇ ਸਤਿਗੁਰ ਸੂਰਮੇ ਨੇ ਜਦੋਂ ਆਪਣੇ ਸ਼ਬਦ ਦਾ ਬਾਣ ਮੈਨੂੰ ਬਾਹਿਆ ਨਾ ਹਿਰਦੇ ਵਿੱਚ, ਲਾਗਤ ਹੀ ਭੋਏ ਗਿਰ ਪਰਿਆ। ਮੈਂ ਲੱਗਣ ਦੀ ਦੇਰ ਸੀ, ਮੈਂ ਧਰਤੀ ਤੇ ਡਿੱਗ ਪਿਆ। ਭਾਵ ਮੇਰੇ ਅੰਦਰ ਹਲੀਮੀ ਆ ਗਈ, ਨਿਮਰਤਾ ਆ ਗਈ, ਮੇਰਾ ਅੰਦਰ ਇੰਨਾ ਨੀਵਾਂ ਹੋ ਗਿਆ। ਪਾਤਸ਼ਾਹ ਜੀ ਕਹਿਣ ਲੱਗੇ, ਪਰਾ ਕਰੇ ਜੇਸ਼ਕ, ਮੇਰੇ ਹਿਰਦੇ ਵਿੱਚ ਉਸ ਅਗੰਮੀ ਗਿਆਨ ਨੇ, ਗੁਣਾ ਨੇ ਸ਼ੇਕ ਕਰ ਦਿੱਤਾ। ਮੈਨੂੰ ਜੀਵਨ ਜਿਉਣ ਦੀ ਸੋਝੀ ਦੇ ਦਿੱਤੀ। ਮੈਨੂੰ ਪਤਾ ਲੱਗ ਗਿਆ ਵੀ ਕਿਆ ਪੜੀਐ ਕਿਆ ਗੁਣੀਐ, ਕਿਆ ਭੇਦ ਪੁਰਾਨਾ ਸੁਣੀਐ। ਪੜੀ ਸੁਣੀ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਤੂੰ ਕੀ ਸੋਚਦਾ ਹੈ? ਰੱਬ ਦਾ ਨਾਮ, ਪਰਮਾਤਮਾ ਦਾ ਨਾਮ, ਰੱਬ ਜੀ ਦੇ ਨਾਮ ਨੂੰ ਚੇਤੇ ਕਰ। ਸੱਚ ਵਿੱਚ ਜਦੋਂ ਬੰਦੇ ਨੂੰ ਇੰਨੀ ਕੁ ਗੱਲ ਸਮਝ ਵਿੱਚ ਆ ਜਾਏ, ਫਿਰ ਆਪਣੇ ਜੀਵਨ ਵਿੱਚ ਉਦਮ ਕਰਦਾ ਹੈ ਮਾਲਕ ਦੇ ਅੰਮ੍ਰਿਤ ਬਚਨਾਂ ਨੂੰ ਕਮਾਉਣ ਦਾ। ਸਾਧ ਸੰਗਤ ਬੜਾ ਜ਼ਰੂਰੀ ਹੈ। ਕੀਤਾ ਹੋਇਆ ਧਰਮ ਸਿਰਫ ਬਾਹਰ ਮੁਖੀ ਕਰਮ ਨਾ ਬਣ ਜਾਏ, ਉਹਦੇ ਤੋਂ ਸਮਝਣਾ ਬੜਾ ਜ਼ਰੂਰੀ ਹੈ। ਮੈਂ ਛੋਟੀ ਜਿਹੀ ਉਦਾਹਰਨ ਸਤਿਗੁਰ ਦੇ ਇਤਿਹਾਸ ਵਿੱਚੋਂ ਰੱਖਦੇ ਹਾਂ, ਗੱਲ ਹੋਰ ਸਮਝ ਵਿੱਚ ਆਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਦੀ ਧਰਤੀ ਤੇ ਪਹੁੰਚਦੇ ਨੇ। ਇੱਥੇ ਭਾਈ ਮਰਦਾਨਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਸਤਿਗੁਰ ਜੀ ਕਿਰਪਾ ਕਰੋ, ਭੁੱਖ ਲੱਗੀ ਹੈ, ਕੋਲੋਂ ਕੁਝ ਰਾਸ਼ਨ ਤੇ ਹੈ ਕੱਚਾ ਬਣਾਉਣ ਦੇ ਲਈ, ਪਰ ਅੱਗ ਨਹੀਂ ਹੈ। ਸਤਿਗੁਰ ਕਹਿੰਦੇ ਨੇ, ਮਰਦਾਨਿਆਂ ਸਵਖਤਾ ਅੰਮ੍ਰਿਤ ਵੇਲੇ ਬੀਜਾ, ਨਾਲ ਨਗਰ ਹੈ, ਕਿਸੇ ਨਗਰ ਦੇ ਕਿਸੇ ਪਿੰਡ ਘਰ ਦੇ ਵਿੱਚੋਂ ਮਿਲ ਜਾਏਗਾ। ਮਰਦਾਨਾ ਜਾਂਦਾ ਹੈ ਕਿ ਵੇਖਦਾ ਸਾਹਮਣੇ ਇੱਕ ਮਨੁੱਖ, ਉਹਨੇ ਚੌਂਕੇ ਦੇ ਵਿੱਚ ਅੱਗ ਬਾਲੀ ਹੈ ਤੇ ਉਸ ਨੂੰ ਜਾ ਕੇ ਕਹਿੰਦਾ, ਭਲਿਆ ਹੈ ਸਭ ਕੁਝ ਪਰ ਅੱਗ ਨਹੀਂ, ਕਿਰਪਾ ਕਰ ਅੱਗ ਦੇ ਤਾਂ ਕਿ ਮੈਂ ਚੁੱਲ੍ਹੇ ਵਿੱਚ ਬਾਲ ਕੇ ਭੋਜਨ ਬਣਾ ਸਕਾਂ। ਉਸ ਬੰਦੇ ਨੇ ਜਿਹੜਾ ਬਾਹਰ ਮੁਖੀ ਕਰਮ ਕਰਦਾ ਸੀ, ਉਸਨੇ ਪੁੱਛ ਲਿਆ, ਕਹਿਣ ਲੱਗੇ ਤੂੰ ਹੈ ਕੌਣ? ਉਹ ਬੰਦਾ ਸਵੇਰ ਦਾ ਬੜੀ ਮਿਹਨਤ ਕਰ ਰਿਹਾ ਸੀ, ਉੱਠਿਆ, ਇਹਨੇ ਘਰ ਦਾ ਚੌਂਕਾ ਧੋਤਾ ਹੈ, ਪਵਿੱਤਰ ਕੀਤਾ, ਲੱਕੜਾਂ ਧੋਤੀਆਂ ਨੇ, ਪਵਿੱਤਰ ਕੀਤੀਆਂ ਨੇ, ਚੁੱਲ੍ਹੇ ਵਿੱਚ ਅੱਗ ਬਾਲੀਏ। ਪੁੱਛਦਾ ਤੂੰ ਕੌਣ ਹੈ? ਕੋਈ ਸਾਧੂ ਫਕੀਰ ਤੇ ਨਹੀਂ ਲੱਗਦਾ, ਕਿਸ ਧਰਮ ਕਿਸ ਮਜ਼ਹਬ ਨਾਲ ਸੰਬੰਧ ਰੱਖਣ ਵਾਲਾ ਹੈ? ਤੇ ਭਾਈ ਮਰਦਾਨਾ ਜੀ ਨੇ ਬਚਨ ਕੇ ਕਹਿਣ ਲੱਗੇ, ਮੈਂ ਡੂਮ ਹਾਂ। ਇੰਨੀ ਗੱਲ ਸੁਣਦੇ ਹੀ ਬੜਾ ਗੁੱਸੇ ਵਿੱਚ, ਆਕਰੋਸ਼ ਵਿੱਚ ਆ ਗਿਆ। ਭਾਈ ਮਰਦਾਨੇ ਜੀ ਦੇ ਪਿੱਛੇ ਤੁਰ ਪਿਆ, ਕਹਿਣ ਲੱਗਾ, ਆ ਮੈਂ ਤੈਨੂੰ ਅੱਗ ਦੇਵਾਂ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਕੋਲ ਜਦੋਂ ਪਹੁੰਚੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਾਧੂ ਨੂੰ ਪੁੱਛਦੇ ਨੇ, ਵੈਸ਼ਨਵ ਨੂੰ ਪੁੱਛਦੇ ਨੇ, ਭਾਈ ਕੀ ਕਾਰਨ? ਇੰਨਾ ਆਕਰੋਸ਼, ਇੰਨਾ ਗੁੱਸਾ ਸਾਧੂ ਦੇ ਮੁਖ ਤੇ ਚੰਗਾ ਨਹੀਂ ਲੱਗਦਾ, ਕਾਰਨ ਕੀ ਹੈ? ਕਹਿਣ ਲੱਗੇ, ਸਤਿਗੁਰੂ ਜੀ ਸਾਧੂ ਤੁਸੀਂ ਵੀ ਮੈਨੂੰ ਨਹੀਂ ਲੱਗਦੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪਰ ਜੇ ਤੁਸੀਂ ਪੁੱਛਦੇ ਹੋ ਤੇ ਮੈਂ ਦੱਸ ਦੇਣਾ, ਇਹ ਡੋਮ, ਇਸ ਬੰਦੇ ਨੇ ਸਵੇਰ ਤੋਂ ਮੈਂ ਜਿਹੜਾ ਆਪਣੇ ਚੌਂਕੇ ਨੂੰ ਪਵਿੱਤਰ ਕੀਤਾ ਸੀ, ਮੇਰੇ ਚੌਂਕੇ ਤੇ ਕਦਮ ਰੱਖ ਕੇ ਮੇਰੇ ਚੌਂਕੇ ਨੂੰ ਮੈਲਾ ਕਰ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਹੀਂ ਭਲਿਆ, ਪਵਿੱਤਰ ਚੌਂਕੇ ਨੂੰ ਨਹੀਂ ਸੀ ਕਰਨਾ, ਪਵਿੱਤਰ ਕਰਨਾ ਸੀ ਆਪਣੇ ਹਿਰਦੇ ਨੂੰ।
ਸੁਚਮਤਾ ਜ਼ਰੂਰੀ ਹੈ, ਬਾਹਰ ਦੀ ਹੋਵੇ ਜਾਂ ਤਨ ਦੀ ਹੋਵੇ, ਉਹ ਜ਼ਰੂਰੀ ਹੈ। ਪਰ ਸੁਚਮਤਾ ਧਰਮ ਦਾ ਅੰਗ ਬਾਹਰ ਮੁਖੀ ਹੈ, ਪਰ ਉਹਨੂੰ ਧਰਮ ਦੇ ਨਾਲ ਜੋੜ ਕੇ ਅਸੀਂ ਨਹੀਂ ਵੇਖ ਸਕਦੇ। ਤਾਂ ਹੀ ਬਾਬੇ ਨਾਨਕ ਨੇ ਕਿਹਾ ਸੀ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਬਾਹਰ ਮੁਖੀ ਸੁਚਮਤਾ ਨਹੀਂ। ਪਾਤਸ਼ਾਹ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਸੀ, ਆਸਾ ਦੀ ਵਾਰ ਪੜ੍ਹਦੇ ਪਾਤਸ਼ਾਹ ਕਹਿੰਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਪਾਤਸ਼ਾਹ ਕਹਿੰਦੇ ਨੇ ਸਿਰਫ ਤਨ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ ਪਰਮਾਤਮਾ ਤੱਕ ਲੈ ਕੇ ਨਹੀਂ ਜਾਏਗੀ ਜਿੰਨੀ ਦੇਰ ਤੱਕ ਮਨ ਪਵਿੱਤਰ ਨਹੀਂ। ਸਭ ਨੇ ਤੇ ਇੱਕ ਬਚਨ ਕਿਹਾ, ਕੁਬਦ ਡੂਮਣੀ ਕੁਦਇਆ ਕੁਸ਼ਾਨ, ਪਰ ਨਿੰਦਾ ਕਟ ਚੂੜੀ, ਅਗਨ ਕ੍ਰੋਧ ਚੰਡਾਲ ਕਾਰੀ ਕੱਢੀ, ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਸਾਧ ਸੰਗਤ ਜੀ ਜ਼ਰੂਰੀ ਹੈ, ਗੁਰੂ ਦੇ ਦਿੱਤੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਸਤਿਗੁਰ ਦੇ ਅੰਮ੍ਰਿਤ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਈਏ। ਫਿਰ ਬਾਬਾ ਕਬੀਰ ਸਾਹਿਬ ਜੀ ਦੇ ਇਹ ਬਚਨ ਸਾਡੇ ਜੀਵਨ ਦਾ ਆਧਾਰ ਬਣ ਜਾਣਗੇ। ਕਬੀਰ ਸਤਿਗੁਰ ਸੂਰ ਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਮਿਲ ਗਿਆ ਪਰਾ ਕਰੀ ਜੇ ਸ਼ੇਖ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।